बात हो रही है तेहरे कत्ल की वारदात की, जिसमें वालिदैन समेत एक बच्ची, एक उनकी बेटी को भी कत्ल कर दिया उस दरिंदा सिफ्त मुलजिम ने। वो जब यहाँ से वारदात करके फ़रार हो गया था तो अहले इलाका की बड़ी तादाद ने उस मुलजिम को फौरी तौर पर पकड़कर पुलिस के हवाले कर दिया। किस तरह से और कितनी दूर तक वो फ़रार हो चुका था ये इन्हीं की ज़ुबानी जानते हैं। की नाम है जी? फ़ाखर नदीम। कितने रहंदे हो? जिन्हें तुसी भी कोल ही है? कोल ही थी रैश पिछे। अच्छा, किंज फड़िया, किंज पता लगा कि कत्ल करके जा रहे? मैं अपने ट्रैक्टर ਦਾ ਜੀ ਵਿਨੀ ਇੱਥੇ ਪਿੰਡ ਨਾਲ ਉੱਥੇ ਕੰਮ ਕਰਵਾ ਰਿਹਾ ਸਾਂ। ਮੈਨੂੰ ਤੇ ਦੋਸਤ ਨੇ ਕਾਲ ਕੀਤੀ ਕਿ ਸਾਡੇ ਪਿੰਡ ਐ ਵਕੂਆ ਹੋ ਗਿਆ, ਬੰਦਾ 3 ਬੰਦੇ ਮਾਰ ਕੇ ਤੇ ਇੱਧਰ ਬੁੱਗਿਆਂ ਦੀ ਤਰਫ ਫਰਾਰ ਹੋ ਗਿਆ। अच्छा, कितनी दूर है बुगे? ਬੁੱਗੇ ਤੋਂ ਤਕਰੀਬਨ ਹੈ 2-2.5 ਕਿਲੋਮੀਟਰ। अच्छा, 2-2.5 किलोमीटर। अच्छा, ਤੇ ਮੈਂ ਉੱਥੋਂ ਨਾ ਇੱਕ ਬੱਚਾ ਸਕੂਲ ਤੋਂ ਫਾਰਗ ਹੋ ਕੇ ਛੁੱਟੀ ਹੋਈ ਤੇ ਉਹਦੇ ਮਗਰ ਮੈਂ ਬੈਕ ਨਾ ਤੇ ਬੁੱਗਿਆਂ ਤੇ ਕਰਾਇਆ। ਮੇਰੇ ਕੋਲ ਲਾਇਸੈਂਸੀ ਪਿਸਟਲ ਮੇਰਾ 24 ਘੰਟੇ ਹੁੰਦਾ ਹੈ। अच्छा, दुश्मनदारी तो? ਹਾਂਜੀ, ਮੇਰੇ ਵਾਲ ਸਾਹਿਬ ਵੀ ਕਤਲ ਹੋਏ। अच्छा, ਤੇ ਮੈਂ ਪਿਸਟਲ ਮੇਰੇ ਕੋਲ ਹੀ ਸੀ। ਅੱਗੋਂ ਆਇਆ ਮੈਨੂੰ ਚਾਚੂ ਹੋਰੀ ਵੀ ਮਿਲ ਗਏ ਨੇ। ਇਹਨਾਂ ਨੇ ਦੱਸਿਆ ਕਿ ਇੱਧਰ ਨੂੰ ਪੈਲੀਆਂ 'ਚ ਹੋਇਆ। ਅਸੀਂ ਉਹਦਾ ਪਿੱਛਾ ਕੀਤਾ। ਤਕਰੀਬਨ ਜਦੋਂ ਸਾਡੇ ਸਾਹਮਣੇ ਆਇਆ 2 ਏਕੜ ਦਾ ਸਾਡਾ ਉਹਦਾ ਫੈਸਲਾ ਸੀ। ਸਾਨੂੰ ਆਵਾਜ਼ਾਂ ਦਿੱਤੀਆਂ ਨੇ, ਉਹ ਨਹੀਂ ਖਲੋਤਾ। कौन सी? ਮੈਂ ਸਾਂ, ਚਾਚੂ ਹੋਰੀ ਸਨ, ਹੋਰ ਸਨ 2-3 ਭਾਈ। ਠੀਕ ਹੈ, ਜਿਸ ਵੇਲੇ ਉਹਨੂੰ ਆਵਾਜ਼ ਦਿੱਤੀ ਉਹ ਨਹੀਂ ਖਲੋਤਾ, ਉਹਨੇ ਕੋ ਫਾਇਰ ਕੀਤਾ। अच्छा, ठीक है। ਤੁਹਾਡੇ ਵੱਲ ਫਾਇਰ ਕੀਤਾ? ਹਾਂਜੀ, ਸਾਡੇ ਵੱਲ ਫਾਇਰ। ਮੋਟਰਸਾਈਕਲ ਤੇ ਸਵਾਰ ਸੀ? ਨਹੀਂ, ਪੈਦਲ ਸੀ। ਉਹ ਪੈਦਲ ਸੀ? ਪੈਦਲ ਸੀ। ਭੱਜ ਰਿਹਾ ਸੀ? ਭੱਜ ਰਿਹਾ ਸੀ। ਠੀਕ ਹੈ। ਤੁਸੀਂ ਕਿਹਦੇ ਤੇ ਸੀ? ਅਸੀਂ ਮੋਟਰਸਾਈਕਲ ਤੇ ਸਾਂ ਉੱਥੇ, ਲੇਕਿਨ ਪੈਲੀਆਂ ਦੇ ਵਿੱਚ ਜਦੋਂ ਹੋਏ ਆ ਫਿਰ ਅਸੀਂ ਮੋਟਰਸਾਈਕਲ ਰੋਡ ਦੇ ਉੱਤੇ ਛੱਡ ਦਿੱਤੇ। ਠੀਕ ਹੈ, ਤੁਸੀਂ ਵੀ ਪੈਦਲ ਸੀ? ਅਸੀਂ ਵੀ ਪੈਦਲ ਹੋ ਗਏ ਉਹਦੇ ਪਿੱਛੇ। ਠੀਕ ਹੈ, 10-12 ਏਕੜ ਜਿਹੜਾ ਨਾ ਉਹਦੇ ਪਿੱਛੇ ਅਸੀਂ ਭੱਜੇ ਹਾਂ। ਉਹ ਅੱਗੇ ਦੌੜਦਾ ਰਿਹਾ, ਅਸੀਂ ਪਿੱਛੇ ਦੌੜਦੇ ਰਹੇ ਹਾਂ। ਠੀਕ, ਇਹ ਬੁੱਗਿਆਂ ਤੋਂ ਅੱਗੇ, ਇੱਥੋਂ ਬੁੱਗਿਆਂ ਤੱਕ ਗਿਆ। ਵੱਲਾ ਆਲਮ ਕਿਸ ਤਰੀਕੇ ਨਾਲ ਗਿਆ, ਬੁੱਗਿਆਂ ਤੋਂ ਅੱਗੇ ਜਿਹੜਾ ਵਕੂਆ ਉਹਦੇ ਵਿੱਚ ਮੈਂ ਸ਼ਾਮਲ ਸਾਂ। ਠੀਕ ਹੈ ਜੀ, ਜਿਸ ਵੇਲੇ ਉਹਦੇ 10-12 ਏਕੜ ਉਹਦੇ ਮਗਰ ਪਿੱਛੇ ਭੱਜੇ ਹਾਂ। ਠੀਕ ਹੈ, ਉਹਨੂੰ ਫਿਰ ਦਬੋਚ ਲਿਆ। ਦਬੋਚ ਕਿੰਝ ਲਿਆ ਕਿ 10-12 ਬੰਦੇ ਹੋ ਗਏ ਨੇ ਜਿਨ੍ਹਾਂ ਦੇ ਕੋਲ ਅਸਲਾ ਵੀ ਸੀ। ਠੀਕ ਹੈ, ਅਸੀਂ ਉਹਨੂੰ ਘੇਰਾ ਪਾਇਆ। ਹਾਂਜੀ, ਉਹ ਇੱਥੋਂ ਪਿੰਡੋਂ ਮੋਟਰਸਾਈਕਲਾਂ 'ਤੇ ਜਿਸ ਟਾਈਮ ਪਿੱਛੇ ਲੱਗੇ ਸੀ? ਪਿੱਛੇ ਲੱਗੇ। ਕਿਉਂਕਿ ਰਸਤੇ ਦੇ ਵਿੱਚ ਨਾ ਮੇਰੇ ਤੋਂ ਪਿੱਛੇ ਬੁੱਗਿਆਂ ਤੋਂ ਪਿੱਛੇ ਇੱਕ ਚਾਚਾਜ਼ਾਦ ਭਾਈ ਮੇਰਾ, ਉਹਦੀ ਉੱਥੇ ਜ਼ਮੀਨ ਇੱਥੇ ਨਾਲ ਪਿੰਡ ਦੀ ਪਰਲੀ ਸਾਈਡ 'ਤੇ। ਉਹਨੇ ਉੱਥੇ ਪਾਣੀ ਲਾਇਆ ਸੀ। ਉਹਨੇ ਉਹਨੂੰ ਖੂਨ ਲੱਤ-ਪੱਤ ਵੇਖ ਕੇ ਤੇ ਆਵਾਜ਼ ਦਿੱਤੀ ਹੈ। ਉਹਨੇ ਅੱਗੋਂ ਉਹਨੂੰ ਫਾਇਰ ਕੀਤੇ ਨੇ। ਠੀਕ ਹੈ, ਉਹ ਫਿਰ ਮੋਟਰਸਾਈਕਲ 'ਤੇ ਪਿੰਡ ਆ ਕੇ ਉਹਨੇ ਦੱਸਿਆ ਕਿ ਬੰਦਾ ਇਸ ਤਰੀਕੇ ਦਾ ਖੂਨ ਲੱਤ-ਪੱਤ ਇੱਧਰ ਜਾ ਰਿਹਾ। ਫਿਰ ਪੁਲਿਸ ਵਾਲਿਆਂ ਵੀ ਇਹ ਗੱਲ ਕਹੀ ਹੈ ਕਿ ਆਪਣੇ ਹਥਿਆਰ ਕੱਢੋ, ਲਾਇਸੈਂਸੀ ਜਿਨ੍ਹਾਂ ਕੋਲ ਹਨ ਤੇ ਉਹਦੇ ਪਿੱਛੇ ਚੜ੍ਹੋ, ਉਹਨੂੰ ਪਕੜੀਏ। ਠੀਕ ਹੈ, ਅਸੀਂ ਜਦੋਂ ਉੱਥੇ ਗਏ ਉਹਨੇ ਫਾਇਰ ਕੀਤੇ ਨੇ ਸਾਨੂੰ ਅੱਗੋਂ। ਠੀਕ ਹੈ, ਲੇਕਿਨ ਅਸੀਂ ਹਿੰਮਤ ਨਹੀਂ ਹਾਰੀ। ਠੀਕ ਹੈ, ਅਸੀਂ ਉਹਦੇ ਪਿੱਛੇ ਵੀ ਜਵਾਬੀ ਫਾਇਰਿੰਗ ਕੀਤੀ ਕੋਈ? ਅਸੀਂ ਇੱਕ ਫਾਇਰ ਕੀਤਾ ਹਵਾਈ, ਮੈਂ ਜਿਹੜਾ ਕੀਤਾ ਹੁਣ ਦੱਸਣ ਵਾਸਤੇ ਕਿ ਹਾਂਜੀ ਲੈ ਗਏ। ਹਵਾਈ ਫਾਇਰ ਕੀਤਾ। ਮਜ਼ੀਦ ਹੋਰ ਦੋਸਤਾਂ ਕੋਲ ਵੀ ਸੀ, ਉਹਨਾਂ ਵੀ ਫਾਇਰ ਕੀਤੇ ਨੇ ਹਵਾਈ ਕਿ ਰੁਕ ਜਾ। ਫਿਰ ਜਦੋਂ ਸਾਨੂੰ ਘੇਰੇ ਵਿੱਚ ਲੈ ਲਿਆ 10-12 ਏਕੜ ਅੱਗੇ ਜਾ ਕੇ ਘੇਰੇ ਵਿੱਚ ਲੈ ਲਿਆ, ਫਿਰ ਉਹਦੀ ਵਾਹ ਕਿਸੇ ਪਾਸੇ ਨਹੀਂ ਗਈ, ਮਸਲਨ ਨਸਣ ਦੀ ਉਹਨੂੰ ਨਹੀਂ ਜਗ੍ਹਾ ਮਿਲੀ। ਫਿਰ ਉਹਨੂੰ ਅਸਾਂ ਕਿਹਾ ਕਿ ਬਾਹਾਂ ਖਲੀਆਂ ਕਰ ਲੈਣੀ ਤੇ ਅਸੀਂ ਫਾਇਰ ਮਾਰ ਦਿਆਂ, ਲੇਕਿਨ ਅਸੀਂ ਧਮਕੀ ਦੇ ਰਹੇ ਸਾਂ। ਠੀਕ ਹੈ, ਉਹਨੇ ਬਾਹਾਂ ਖਲੀਆਂ ਕੀਤੀਆਂ ਤੇ ਫਿਰ ਅਸਾਂ ਨੂੰ ਜਾ ਕੇ ਉੱਥੋਂ ਫੜ ਲਿਆ। ਫੜ ਕੇ ਪੁਲਿਸ ਦੇ ਹਵਾਲੇ ਕਰ? ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। नाज़रीन, ये तो नौजवान लगते हैं, लेकिन हमारे साथ मुलजिम को पकड़ने के दौरान जो बुज़ुर्ग शख्सियत है वो भी मौजूद है। चाचे हो एडी वड्डी उम्र ਦੇ ਹੋ ਗਏ ਹੋ, ਕੋਈ ਖੌਫ ਆਇਆ ਕਿ ਮਤਲਬ ਇੱਕ ਕਾਤਲ ਨੂੰ ਤੁਸੀਂ ਫੜਨ ਜਾ ਰਹੇ ਹੋ, ਤੁਹਾਡੇ ਉੱਤੇ ਫਾਇਰਿੰਗ ਨਾ ਕਰਦੇ, ਇਹੋ ਜਿਹਾ ਕੋਈ ਮਹਿਸੂਸ ਹੋਇਆ? ਦਿਨ ਦਾ ਵਾਕਿਆ, ਮੈਂ ਆਪਣੇ ਕੋਠੇ 'ਤੇ ਬੈਠਾ ਵਾਂ, ਫਾਇਰਿੰਗ ਹੋਈ ਹੈ। ਮੈਂ ਨਾ ਉਂਝ ਵੀ ਸਾਡੇ ਪਿੰਡ ਫਾਇਰਿੰਗ ਹੁੰਦੀ ਰਹਿੰਦੀ ਹੈ ਤੇ ਪਤਾ ਨਹੀਂ ਕਿਹਨੇ ਕਰ ਦਿੱਤੀ ਹੈ। ਅੱਛਾ, 5-7 ਮਿੰਟ ਬਾਅਦ ਮੈਂ ਕੋਠੇ ਤੋਂ ਥੱਲੇ ਉਤਰਿਆ ਵਾਂ। ਸਹੀ। ਤੇ ਆਪਣੇ ਇੱਥੇ ਚੌਂਕ 'ਚ ਆਇਆ, ਇੱਥੇ ਅੱਗੇ ਗੱਡਾ ਰੇੜੀ ਖਲੀ ਹੈ ਪੱਠਿਆਂ ਵਾਲੀ। ਉਹਨੂੰ ਮੈਂ ਨਾ ਯਾਰ ਪੱਠਿਆਂ ਵਾਲੀ ਗੱਡਾ ਰੇੜੀ ਅਗਾ ਲੈ ਜਾ, ਇੱਥੇ ਖਿਲਾਰ ਛੜੀ ਆ। ਉਹਨੇ ਆਗਾ ਚਾਚਾ ਯਾਰ ਉੱਥੇ ਬੀਬੀ ਮਰੀ ਪਈ ਹੈ ਤੇ ਤੂੰ ਮੇਰੇ ਦੁਆਲੇ ਹੋ ਗਿਆ। ਤੇ ਮੈਂ ਕਿਹਾ ਤੂੰ ਆਂਦਾ ਹੈਗਾ ਕਿ ਵੇਖ। ਮੈਂ ਉੱਥੋਂ ਅਗਾਂਹ ਹੋ ਕੇ ਵੇਖਿਆ ਤੇ ਜੀ ਬਾਬਾ ਇਕੱਠੇ ਹੋਏ ਨੇ। ਸਹੀ। ਉਹਨੂੰ ਮੈਂ ਕਿਹਾ ਉਤਲੇ ਗਲੇ ਲੈ ਜਾ ਤੂੰ ਕਾਲ ਨਾਲ ਪੱਠੇ ਤੇ ਆਪਣੇ ਜਾ ਕੇ ਲਾ। ਮੈਂ ਆ ਕੇ ਵੇਖਿਆ ਤੇ ਬੀਬੀ ਵਾਕਈ ਮਰੀ ਪਈ ਹੈ। ਮੈਂ ਪਿਛਾਂ ਪਰਤ ਗਿਆ, ਝੂਮ ਹੀ ਸੀ ਬੀਬੀਆਂ ਦਾ। ਨਾਲ ਹੀ ਆਪਣਾ ਦੁਕਾਨ ਹੈ ਲਿਆਕਤ ਸੇਠ ਦੀ। ਉਹਨੇ ਆਖਿਆ ਯਾਰ ਤਾਵਲਾ ਇੱਥੇ ਲਗਾ ਫਿਰਦਾ ਸੀ ਤੇ ਉਹਦਾ ਕੋ ਨਹੀਂ ਪਤਾ। ਉਹ ਮੈਂ ਫਿਰ ਪਰਤ ਕੇ ਆਇਆ ਵਾਂ, ਇਹਨਾਂ ਚਿਰ ਨੂੰ ਇਸ ਬੀਬੀਆਂ ਇਹ ਸਨ ਸਹੀ ਬਾਹਰ ਰੌਲਾ ਹੋ ਜਿਹੜਾ। ਉਹ ਫਿਰ ਜਿਹਲੇ ਇੱਥੋਂ ਮੈਂ ਪਿਛਾਂ ਹਟਿਆ ਜਰਾ ਤੇ ਅਸੀਂ ਇੱਥੇ ਨਾ ਵਾਹਵਾ ਟਾਈਮ ਗੁਜ਼ਰ ਗਿਆ 20 ਕੁ ਮਿੰਟ ਤੇ ਅਸੀਂ ਬੇਧੜਕ ਹੋਏ ਖਲਿਆਂ ਸਾਂ। ਆਖਿਆ ਐਡੇ ਪ੍ਰੂਫ ਨਾਲ ਉਹਨੇ 3 ਕਤਲ ਕੀਤੇ ਨੇ। ਉਹਨੂੰ ਟਾਈਮ ਮਿਲ ਗਿਆ ਜਦ ਪਿੱਛੇ ਕੋਈ ਜੀ ਹੋਣੇ ਤੋਂ ਲੈ ਕੇ ਨਿਕਲ ਗਏ ਨੇ।
ਇਸ ਤੋਂ ਬਾਅਦ ਕੋਈ 15-20 ਮਿੰਟਾਂ ਬਾਅਦ ਜਿਹੜੇ ਇੱਕ ਜੀਏ ਤੇ ਉਹਨੇ ਆਖਿਆ ਯਾਰ ਬਾਬੇ ਮਾਖੇ ਦੇ ਡੇਰੇ ਕੋਲ ਨਾ ਪੈਦਲ ਲਗਾ ਜਾਂਦਾ। ਅੱਛਾ। ਇਹ ਤੋਂ ਫਿਰ ਜੀ ਫਿਰ ਟੁਰ ਪੈਣੇ, ਅਸਾਂ ਵੀ ਮੋਟਰਸਾਈਕਲ ਲੈ ਲਈਏ। ਅਸੀਂ ਮੋਟਰਸਾਈਕਲ ਤੇ ਲੱਗੇ ਜਾਂਦੇ ਆ ਤੇ ਸਾਨੂੰ ਕੋਈ ਨਹੀਂ ਬੁੱਗਿਆਂ ਤੀਕਰ ਨਜ਼ਰ ਆਇਆ। ਸਹੀ। ਇੱਕ ਜੀ ਨੂੰ ਅਸਾਂ ਪੁੱਛਿਆ, ਉਹਨਾਂ ਕਹਾ ਯਾਰ ਪਰਾਂ ਬੁੱਗੇ ਵੜ ਗਿਆ। ਅਸੀਂ ਫਿਰ ਬੁੱਗਿਆਂ ਦੇ ਨਾਲ ਉਤਲੀ ਪਾਸੋਂ ਨਾ ਨਾਰੇ ਗਏ ਆ ਤੇ 2 ਕੁ ਪੈਲੀਆਂ ਬੁੱਗਿਆਂ ਤੋਂ ਪਰਾਂ ਨਿਕਲਿਆ ਤੇ ਉਹਨਾਂ ਆਖਿਆ ਬੰਦਾ ਵਾਹਵਾ ਤਗੜਾ ਤੇ ਚਿੱਟੇ ਕੱਪੜੇ ਪਾਏ ਸੂ ਤੇ ਅਸੀਂ ਉਹਦੇ ਵੱਲ ਭੱਜ ਵਗੇ ਆ। ਜੀ ਹੋਰ ਵੀ ਸਨ ਰਾਈਫਲਾਂ ਵਾਲੇ ਮਗਰ ਤੇ ਉਹਨਾਂ ਰਾਈਫਲ ਚਲਾਈਏ, 1-2 ਫਾਇਰ ਕੀਤੇ ਨੇ। ਤੁਹਾਡੇ ਕੋਲ ਵੀ ਅਸਲਾ ਸੀ? ਮੇਰੇ ਕੋਲ ਕੋਈ ਅਸਲਾ ਨਹੀਂ। ਪਿੱਛੋਂ ਵੇਖ ਕੇ ਗਿਆ ਸਾਂ, ਮੈਨੂੰ ਤੇ ਦੁੱਖ ਤਕਲੀਫ ਹੀ ਬਹੁਤ ਜ਼ਿਆਦਾ ਸੀ। ਮਤਲਬ ਉਹ ਸਭ ਕੁਝ ਵੇਖਿਆ? ਵੇਖਿਆ ਕੀ ਕਰਕੇ ਗਿਆ? ਵੇਖਿਆ ਉੱਥੇ ਜੇ ਗਿਆ ਨਾ ਤੇ ਉਹਨੂੰ ਮੈਂ ਅਸਾਂ ਆਖਿਆ ਵਾ ਪਿਸਤੌਲ ਥੱਲੇ ਸੱਟ ਦੇ ਬਾਹੀਂ ਖਲੀਆਂ ਕਰ ਲੈ। ਉਹਨੇ 1-2 ਵਾਰੀ ਤਾਂ ਕੋਈ ਨਹੀਂ ਸੁਣਿਆ। ਪਹਿਲੀ ਵਾਰੀ ਜਦੋਂ ਫਾਇਰਿੰਗ ਹੋਈ ਉਦੋਂ ਵੀ ਉਹਨੇ ਪਰਵਾਹ ਨਹੀਂ ਸਮਝੀ। ਜਿਹੜੇ ਦੂਜੀ ਵਾਰੀ ਪਿੱਛੋਂ ਨਾ ਸੱਟੀ ਹੈ ਨਾ ਉਤੋਂ ਫਾਇਰਿੰਗ ਭਾਈ, ਫਿਰ ਉਹ ਪਿਛਾਂ ਨੂੰ ਮਾੜਾ ਜਿਹਾ ਪਰਤਿਆ। ਉਹ ਸਾਨੂੰ ਵੀ ਡਰ ਆਇਆ ਸਹੀ ਬਈ ਸਾਨੂੰ ਲਊ ਮਾਰ ਹੀ ਨਾ ਦੇਵੇ, ਗੋਲੀ ਨਾ ਮਾਰ ਦੇ। ਪਹਿਲੇ ਵੀ ਕਤਲ ਕੀਤੇ ਉਹਨੇ। ਆਹੋ ਤੇ ਵੇਖ ਕੇ ਅਸੀਂ ਗਏ ਸਾਂ। ਉਹਨੇ ਫਿਰ ਪਿਸਤੌਲ ਥੱਲੇ ਸੱਟਿਆ, ਬਾਹੀਂ ਖਲੀਆਂ कर ਲਈਆਂ ਨੇ। चपटा मार के। हम थाना नौशहरा के बाहर मौजूद है जहां पर पुलिस ने तहरे कत्ल की वारदात में मुलविस मुलजिम को गिरफ्तार किया। उसकी वालिदा को भी हिरासत में लिया गया। ये तो कहना है पुलिस का कि पुलिस की जानिब से उसे हिरासत में लिया गया। अलबत्ता इस सारी कहानी में आपको बताया कि किस तरह से मुलजिम को देहातियों ने पकड़ा और पकड़ने के बाद पुलिस के हवाले किया। और ये हफ्ते के रोज़ वारदात हुई जिसमें मियाँ बीवी और एक बेटी को फायरिंग करके कत्ल कर दिया गया। रिश्ते के तनाज़े पर उसके इनकार पर यह वारदात हुई नत्थू सीविया गांव में, जो नवाही गांव है नौशहरा विरका का। और आज जो है वो इस बात को 6 रोज़ गुजर चुके हैं और पुलिस ने अब तक इस केस में मरकज़ी मुलजिम की गिरफ्तारी तक नहीं डाली। हमारे साथ हमारे नुमाइंदे मियाँ मंजूर अहमद मौजूद हैं। उन्हीं की ज़ुबानी जान लेते हैं कि पुलिस इस अहम तरीन केस पर क्या तफ्तीश कर रही है। मियाँ साहब, पहले तो ये बताइएगा कि ये अफसोसनाक वाक़या आपके नवाही गांव नौशहरा विरका नत्थू सिया में हुआ, किस तरह से ये वारदात हुई? ये एक रिश्ते का तनाज़ा था जहाँ पे घर वालों ने बेटी का रिश्ता देने से जब इनकार किया तो मोहसिन नामी शख्स अपनी वालदा के साथ उनके घर में आया। उसने ना सिर्फ अपने खालू खाला और उनकी बेटी को जो है वो फायरिंग करके कत्ल कर दिया। फायरिंग करके कत्ल कर दिया। उसके बाद ये मुलजिमान की गिरफ्तारी किस तरह से अमल में लाई गई? कत्ल के बाद जो मुलजिम है वो पैदल ही जो है वो फरार हो गया। लेकिन साथ के गांव में जब पहुंचा तो पीछे से जो अहले दया है वो उन्होंने उसको घेरा डाल के पकड़ लिया और पकड़कर पुलिस के हवाले कर दिया। आज पुलिस की हिरासत में उसे 5वां-6ठा रोज़ है, लेकिन अभी तक पुलिस ने उसकी गिरफ्तारी नहीं डाली। इस अहम तरीन केस में पुलिस ने अब तक क्यों गिरफ्तारी नहीं डाली, क्या समझते हैं? और 24 घंटों के दौरान पुलिस को मुलजिम जब गिरफ्तार हो जाता है उसकी गिरफ्तारी डालना होती है। इस अहम तरीन केस में आप क्या समझ रहे हैं? मैं तो ये समझता हूँ कि पुलिस रवायती अंदाज में डिले करके शायद मुलजिम को फ़ायदा देना चाह रही है या फिर किसी ऐसे मसीहा का इंतज़ार है जो इनको कोई फेवर दे, बिल्कुल नाजरीन, इस तरह तो मुलजिम को फेवर मिल सकती है। और अहम तरीन केस में जो जिस तरह से पुलिस उस रवि का शिकार है, गुजरांवाला ये रीजन है जहाँ पर नौशहरा विरका पुलिस स्टेशन है, यहाँ के SHO से भी बार बार रब्ता किया गया लेकिन उस पर कोई भी संजीदगी से जवाब अब तक मौसूल नहीं हो सका। और उनका यही कहना है कि उन्होंने अब तक इस केस में इस मुलजिम की गिरफ्तारी ही नहीं डाली। तो इससे तो मियाँ साहब बहुत ज़्यादा केस जो है वो अहम तरीन केस ख़राब होते हुए दिखाई दे रहा है। किस तरह से इसे ठीक किया जा सकता है? क्या पुलिस इसी तरह से रिवायती कार्रवाइयाँ करती है? पुलिस को अपनी रवायती कार्रवाई को छोड़कर फौरी इसकी गिरफ्तारी डालनी चाहिए और इसके बाद से फौरी अदालत में पेश करके और मज़ीद तफ्तीश मुकम्मल करके जो है और इसको केस को अदालत में भेजना चाहिए।